दोस्तों वैलकम है तुहाडा साडे चैनल माला मनकेत ते। किताब आमो सामने लेखक नरिंदर सिंह कपूर। लेख लड़ाई अते समझौता। दोस्तों बहुत सोहणियां गल्लां ने, सारा लेख जरूर सुनियो। एक शाम अपने घर बैठा अपनी माँ की बनाई चाह उड़ीक रहा सा जदों अचानक मेरी माँ की सहेली अते गुआंढण हाल दुहाई पाउंदी आई कि उसके पुत्र लड़ पए सन। एक संपूर्ण मूर्ख वांग बिना सोचे समझे मैं उन्हां विचकार कुद पिया। एक दे हत्थ विच तलवार सी अते दूजे दे हत्थ विच वड्डा चाकू। तलवार वाले नूं अपनी तलवार उत्ते मन सी अते चाकू वाला लंमियां गालां नाल अपना चाकू तिखा कर रहा सी। मेरे विचकार आउण उत्ते उन्हां दी मनोकामना विच विघन पैण कारण ਉਹ ਦੋਵੇਂ ਮੇਰੇ ਦੁਆਲੇ ਹੋ ਗਏ। शायद ਉਹਨਾਂ ਨੂੰ ਮੇਰੀ ਮਰਜ਼ੀ ਪੁੱਛਣ ਦੀ ਵੀ ਲੋੜ ਨਹੀਂ ਸੀ ਕਿ ਮੈਂ ਤਲਵਾਰ ਨਾਲ ਮਰਨਾ ਚਾਹੁੰਦਾ ਸਾਂ ਕਿ ਚਾਕੂ ਨਾਲ। ਉਸ ਪਲ ਮੈਂ ਦੋ ਮੌਤਾਂ ਵਿਚਕਾਰ ਖਲੋਤਾ ਆ ਸਾਂ। ਪਰ ਮੇਰੀ ਮਾਂ ਦੀ ਅਚਾਨਕ ਚੀਖ ਭਰੀ ਗਰਜ ਨੇ ਦੋਵਾਂ ਭਰਾਵਾਂ ਨੂੰ ਬੁੱਤ ਬਣਾ ਦਿੱਤਾ ਅਤੇ ਇਵੇਂ ਵਿਛੜਨ ਵਾਲੀ ਮੇਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਹੁੰਦੀ ਹੁੰਦੀ ਰਹਿ ਗਈ। ਅਰਦਾਸ ਵਿੱਚ ਸ਼ਾਮਲ ਹੋਣ ਦਾ ਅਵਸਰ ਨਾ ਮਿਲਣ ਕਾਰਨ ਮੇਰੇ ਕਈ ਮਿੱਤਰ ਮੇਰੇ ਨਾਲ ਨਾਰਾਜ਼ ਹਨ। ਪਰ ਉਸ ਦਿਨ ਤੋਂ ਮੈਂ ਲੜਾਈ ਨੂੰ ਦੂਰੋਂ ਹੀ ਵੇਖਦਾ ਹਾਂ ਅਤੇ ਤੁਹਾਨੂੰ ਵੀ ਸਲਾਹ ਦੇਵਾਂਗਾ ਕਿ ਅਜਿਹੇ ਮਨੋਰੰਜਨ ਨੂੰ ਦੂਰੋਂ ਹੀ ਮਾਣਿਆ ਜਾਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋਵੇਗਾ ਜੇ ਤੁਸੀਂ ਆਪ ਨਾ ਲੜੋ, ਪਰ ਉਹਨਾਂ ਦਾ ਕੀ ਕਰੀਏ ਜਿਹੜੇ ਤੁਹਾਡੇ ਨਾਲ ਲੜਨ ਲਈ ਮਹੂਰਤ ਕਢਵਾ ਰਹੇ ਹਨ। ਲੜਨਾ ਸਰੀਰ ਦੇ ਤੰਦਰੁਸਤ ਹੋਣ ਦੀ ਨਿਸ਼ਾਨੀ ਹੁੰਦੀ ਹੈ ਅਤੇ ਸਮਝੌਤਾ ਕਰਨਾ ਸਿਆਣੇ ਹੋਣ ਦਾ ਪ੍ਰਮਾਣ ਹੁੰਦਾ ਹੈ। ਜੀਵਨ ਦੀਆਂ ਲੋੜਾਂ ਨੇ ਸਾਨੂੰ ਲੜਨਾ ਸਿਖਾਇਆ ਹੈ ਅਤੇ ਸੱਭਿਅਤਾ ਦੀ ਉਸਾਰੀ ਨੇ ਸਮਝੌਤਾ ਕਰਨ ਦੀ ਜਾਚ ਦੱਸੀ ਹੈ। ਲੜਾਈ ਦਾ ਇਤਿਹਾਸ ਆਦਿ ਕਾਲ ਤੱਕ ਪੁਰਾਣਾ ਹੈ, ਜਦੋਂ ਕਿ ਸਮਝੌਤੇ ਦੀ ਕਥਾ ਲੰਮੀ ਨਹੀਂ। ਜੀਵਨ ਵਿੱਚ ਧੁੱਪ ਅਤੇ ਛਾਂ, ਪਤਝੜ ਅਤੇ ਬਹਾਰ, ਜਨਮ ਅਤੇ ਮਰਨ, ਵਿਛੋੜੇ ਅਤੇ ਮਿਲਾਪ ਦੋਹਾਂ ਦਾ ਮਹੱਤਵ ਹੈ। ਸੰਖ ਵਜਾਉਣ ਵਾਲੇ ਦੇ ਫੇਫੜੇ ਖਰਾਬ ਨਹੀਂ ਹੁੰਦੇ ਅਤੇ ਗਾਲਾਂ ਕੱਢਣ ਵਾਲੇ ਦਾ ਗਲਾ ਨਹੀਂ ਸੁੱਕਦਾ। ਉਵੇਂ ਹੀ ਲੜਨ ਵਾਲਾ ਸੁਸਤ ਨਹੀਂ ਹੁੰਦਾ ਅਤੇ ਆਪਣੇ ਕੰਮ ਨੂੰ ਮੁਲਤਵੀ ਨਹੀਂ ਕਰਦਾ। ਜਿਹੜੇ ਲੜ ਸਕਦੇ ਹਨ ਪਰ ਸਮਝੌਤਾ ਨਹੀਂ ਕਰ ਸਕਦੇ ਉਹ ਉਸ ਮੀਂਹ ਵਾਂਗ ਹੁੰਦੇ ਹਨ ਜਿਹੜੇ ਵਰਦੇ ਬਹੁਤ ਹਨ ਪਰ ਉਪਜਾਉਂਦੇ ਕੁਝ ਨਹੀਂ, ਜਾਂ ਉਸ ਇਸਤਰੀ ਵਾਂਗ ਹੁੰਦੇ ਹਨ ਜਿਸ ਨੂੰ ਪ੍ਰਸੂਤ ਦਰਦਾਂ ਬਹੁਤ ਹੁੰਦੀਆਂ ਹਨ ਪਰ ਸੰਤਾਨ ਕੋਈ ਨਹੀਂ ਹੁੰਦੀ, ਜਾਂ ਉਸ ਵਿਦਿਆਰਥੀ ਵਾਂਗ ਹੁੰਦੇ ਹਨ ਜਿਹੜਾ ਇਮਤਿਹਾਨ ਕਈ ਦਿੰਦਾ ਹੈ ਪਰ ਜਮਾਤ ਇੱਕ ਵੀ ਨਹੀਂ ਚੜ੍ਹਦਾ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਸਾਹਮਣੇ ਲੜਨਾ ਸੰਭਵ ਨਹੀਂ ਹੁੰਦਾ, ਕਿਉਂਕਿ ਇਹਨਾਂ ਵਿਅਕਤੀਆਂ ਸਾਹਮਣੇ ਆਪਣੇ ਲੜਾਕੇ ਹੋਣ ਦੀ ਥਾਂ ਅਸੀਂ ਆਪਣੇ ਸਿਆਣੇ ਹੋਣ ਦਾ ਸਬੂਤ ਦੇਣਾ ਚਾਹੁੰਦੇ ਹਾਂ। ਕਿਸੇ ਵਿਦਵਾਨ ਨਾਲ ਲੜਨਾ ਆਪਣਾ ਅਪਮਾਨ ਕਰਨ ਵਾਂਗ ਹੁੰਦਾ ਹੈ। ਕਈ ਲੜਾਈਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਮਝੌਤੇ ਦੀ ਕੋਈ ਆਸ ਨਹੀਂ ਹੁੰਦੀ, ਜਿਵੇਂ ਮਤਰੇਏ ਭਰਾਵਾਂ ਵਿਚਕਾਰ ਜੱਦੀ ਜਾਇਦਾਦ ਦੀ ਲੜਾਈ, ਜਾਂ ਦੋਹਾਂ ਦੇਸ਼ਾਂ ਵਿਚਕਾਰ ਹੱਦਾਂ ਦਾ ਝਗੜਾ, ਜਾਂ ਦੋ ਸੂਬਿਆਂ ਵਿਚਕਾਰ ਪਾਣੀਆਂ ਦੀ ਵੰਡ। ਅਜਿਹੀਆਂ ਲੜਾਈਆਂ ਥਕਾਵਟ ਨਾਲ ਜਾਂ ਕਿਸੇ ਨਵੀਂ ਅਤੇ ਵੱਡੀ ਸਮੱਸਿਆ ਦੇ ਪੈਦਾ ਹੋਣ ਨਾਲ ਰੋਲ ਭਾਵੇਂ ਜਾਣ ਪਰ ਖਤਮ ਨਹੀਂ ਹੁੰਦੀਆਂ, ਕਿਉਂਕਿ ਇਹਨਾਂ ਝਗੜਿਆਂ ਜਾਂ ਲੜਾਈਆਂ, ਮਸਲਿਆਂ ਅਤੇ ਮਾਮਲਿਆਂ ਦੇ ਅਸਲ ਕਾਰਨ ਕਿਧਰੇ ਹੋਰ ਪਏ ਹੁੰਦੇ ਹਨ। ਲੜਾਈ ਕਦੇ ਵੀ ਝਟਪਟ ਜਾਂ ਅਚਾਨਕ ਸ਼ੁਰੂ ਨਹੀਂ ਹੁੰਦੀ। ਹਰ ਲੜਾਈ ਦਾ ਇੱਕ ਲੰਮਾ ਇਤਿਹਾਸ ਅਤੇ ਪਿਛੋਕੜ ਹੁੰਦਾ ਹੈ। ਹਰ ਲੜਾਈ ਕਈ ਪੜਾਅ ਲੰਘ ਕੇ ਲੜਾਈ ਵਿੱਚ ਪ੍ਰਗਟ ਹੁੰਦੀ ਹੈ। ਜਦੋਂ ਸਾਡੀ ਕਿਸੇ ਇੱਛਾ ਜਾਂ ਕਾਮਨਾ ਵਿੱਚ ਰੁਕਾਵਟ ਪੈਂਦੀ ਹੈ ਤਾਂ ਕ੍ਰੋਧ ਉਪਜਦਾ ਹੈ। ਧੂੰਆਂ ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਅੱਗ ਬਲਣ ਵਿੱਚ ਰੁਕਾਵਟ ਹੋਵੇ। ਸੋ ਕ੍ਰੋਧ ਵਾਸਤਵ ਵਿੱਚ ਇੱਛਾ ਪੂਰਤੀ ਵਿੱਚ ਰੁਕਾਵਟ ਕਾਰਨ ਉਪਜਿਆ ਤੀਬਰ ਭਾਵ ਹੁੰਦਾ ਹੈ। ਕ੍ਰੋਧ ਵਿੱਚ ਹੌਲੀ ਬੋਲਣਾ ਸੰਭਵ ਨਹੀਂ ਹੁੰਦਾ। ਕ੍ਰੋਧ ਪ੍ਰਚੰਡ ਹੋ ਕੇ ਗਾਲਾਂ ਵਿੱਚ ਪ੍ਰਗਟ ਹੁੰਦਾ ਹੈ। ਜਦੋਂ ਕ੍ਰੋਧ ਨਾਲ ਵੀ ਰੁਕਾਵਟ ਦੂਰ ਨਾ ਹੋਵੇ ਤਾਂ ਗਾਲਾਂ ਨਾਲ ਰਸਤਾ ਸਾਫ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਗਾਲਾਂ ਧਮਕੀਆਂ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਜਦੋਂ ਧਮਕੀਆਂ ਵੀ ਅਸਫਲ ਹੋਣ ਤਾਂ ਲੜਾਈ ਹੁੰਦੀ ਹੈ। ਆਮ ਕਰਕੇ ਹਰ ਲੜਾਈ ਕ੍ਰੋਧ, ਗਾਲਾਂ ਅਤੇ ਧਮਕੀਆਂ ਉਪਰੰਤ ਪ੍ਰਗਟ ਹੁੰਦੀ ਹੈ। ਧਮਕੀਆਂ ਨੂੰ ਅਮਲ ਵਿੱਚ ਲਿਆਉਣ ਲਈ ਕ੍ਰੋਧ ਸਾਨੂੰ ਕਈ ਹਥਿਆਰ ਚੁੱਕਣ ਲਈ ਪ੍ਰੇਰਦਾ ਹੈ। ਵੇਖਿਆ ਗਿਆ ਹੈ ਕਿ ਬਹੁਤੀਆਂ ਨਿੱਜੀ ਲੜਾਈਆਂ ਵਿੱਚ ਹਥਿਆਰਾਂ ਦੀ ਨਹੀਂ, ਕੇਵਲ ਹੱਥਾਂ ਪੈਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਜਿਨ੍ਹਾਂ ਲੜਾਈਆਂ ਦਾ ਉਦੇਸ਼ ਦੂਜੇ ਤੋਂ ਈਨ ਮਨਵਾਉਣਾ ਹੁੰਦਾ ਹੈ, ਪਰ ਜੇ ਮਿੱਥ ਕੇ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਦੇਸ਼ ਦੁਸ਼ਮਣ ਨੂੰ ਮਾਰ ਮੁਕਾਉਣਾ ਹੁੰਦਾ ਹੈ। ਹਰ ਹਥਿਆਰਬੰਦ ਲੜਾਈ ਵਿੱਚ ਆਪਣੇ ਵੀ ਮਾਰੇ ਜਾਣ ਜਾਂ ਜ਼ਖਮੀ ਹੋਣ ਜਾਂ ਜ਼ਖਮੀ ਹੋਣ ਦਾ ਖਤਰਾ ਬਰਾਬਰ ਬਣਿਆ ਰਹਿੰਦਾ ਹੈ। ਸੋ ਕਿਸੇ ਵੀ ਸਮਾਜ ਵਿੱਚ ਹਥਿਆਰਬੰਦ ਲੜਾਈਆਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ। ਸਰੀਰਕ ਲੜਾਈ ਵਿੱਚ ਕਮਜ਼ੋਰ ਧਿਰ ਨੂੰ ਕਿਸੇ ਗੁੱਝੀ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਸੋ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਬਹੁਤੇ ਝਗੜੇ ਗਾਲਾਂ ਅਤੇ ਧਮਕੀਆਂ ਦੀ ਪੱਧਰ ਤੋਂ ਅੱਗੇ ਨਹੀਂ ਵੱਧਦੇ।
ਸੱਭਿਅਤਾ ਦੇ ਵਿਕਾਸ ਵਿੱਚ ਗਾਲਾਂ ਕੱਢਣਾ ਅਤੇ ਧਮਕੀਆਂ ਦੇਣੀਆਂ ਅਰਥਾਤ ਲੜਨ ਦੀ ਥਾਂ ਸ਼ਬਦਾਂ ਨਾਲ ਆਪਣਾ ਉਦੇਸ਼ ਪੂਰਾ ਕਰਨਾ ਮਨੁੱਖ ਦੀਆਂ ਮਾਣ ਕਰਨ ਯੋਗ ਵੱਡੀਆਂ ਪ੍ਰਾਪਤੀਆਂ ਹਨ, ਕਿਉਂਕਿ ਇਹਨਾਂ ਨੇ ਮਰਨ ਮਾਰਨ ਵਾਲੀਆਂ ਲੜਾਈਆਂ ਨੂੰ ਘਟਾਇਆ ਹੈ। ਲੜਾਈ ਕੋਈ ਵੀ ਹੋਵੇ ਉਸ ਦੀ ਚਾਲ ਤਿੱਖੀ ਹੁੰਦੀ ਹੈ। ਸਰੀਰਕ ਲੜਾਈ ਲੜਨ ਵਾਲੇ ਨੇ ਜੋ ਕੁਝ ਕਰਨਾ ਹੁੰਦਾ ਹੈ ਉਹ ਕੁਝ ਸਕਿੰਟਾਂ ਵਿੱਚ ਵਾਹੋ-ਦਾਹੀ ਹੀ ਕਰਨਾ ਹੁੰਦਾ ਹੈ। ਲੜਾਈ ਦੇ ਲੰਮੇ ਹੋ ਜਾਣ ਉੱਤੇ ਜਵਾਬੀ ਹਮਲਾ ਹੋਣ ਦਾ ਡਰ ਹੁੰਦਾ ਹੈ, ਸੋ ਦੂਜੀ ਧਿਰ ਦੇ ਸੰਭਲਣ ਤੋਂ ਪਹਿਲਾਂ ਹੀ ਮੁੱਕਿਆਂ ਅਤੇ ਠੁੱਡਿਆਂ ਦੀ ਪਛਾੜ ਕੀਤੀ ਜਾਂਦੀ ਹੈ। ਇਸ ਉਪਰੰਤ ਮਾਰ ਖਾਣ ਵਾਲੀ ਧਿਰ ਜਾਂ ਤਾਂ ਦੌੜ ਜਾਣ ਦਾ ਯਤਨ ਕਰਦੀ ਹੈ, ਜਾਂ ਜੇ ਅਜਿਹਾ ਸੰਭਵ ਨਾ ਹੋਵੇ ਤਾਂ ਆਪਣੇ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਬਚਾ ਕੇ ਮਾਰ ਖਾਂਦੀ ਰਹਿੰਦੀ ਹੈ, ਜਾਂ ਹਮਲਾ ਕਰਨ ਵਾਲੀ ਧਿਰ ਦੀ ਰਫ਼ਤਾਰ ਘਟਦਿਆਂ ਹੀ ਉਸ ਉੱਤੇ ਜਵਾਬੀ ਹਮਲਾ ਕਰਦੀ ਹੈ। ਅਜਿਹੀ ਲੜਾਈ ਵਿੱਚ ਸਮੁੱਚੀ ਸਥਿਤੀ ਕੁਸ਼ਤੀ ਵਾਲੀ ਹੋ ਨਿਬੜਦੀ ਹੈ, ਜਿਸ ਵਿੱਚ ਵਾਲਾਂ ਦਾ ਪੁੱਟਣਾ, ਚੱਕ ਮਾਰਨਾ, ਨਹੁੰਦਰਾ ਮਾਰਨਾ ਆਦਿ ਵੀ ਸ਼ਾਮਲ ਹੋ ਜਾਂਦਾ ਹੈ। ਕਿਸੇ ਲੜਾਈ ਵਿੱਚ ਨਿਮਰਤਾ ਨਹੀਂ ਵਿਖਾਈ ਜਾ ਸਕਦੀ, ਲੜਦਿਆਂ ਆਰਾਮ ਨਹੀਂ ਕੀਤਾ ਜਾ ਸਕਦਾ। ਲੜਾਈ ਵਿੱਚ ਵਿਰੋਧੀ ਧਿਰ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਇਆ ਜਾ ਸਕਦਾ। ਲੜਾਈ ਵਿੱਚ ਮਿਹਰਬਾਨੀ ਦੀ ਕੋਈ ਥਾਂ ਨਹੀਂ ਹੁੰਦੀ। ਲੜਾਈ ਵਿੱਚ ਸੁੰਦਰ ਪ੍ਰਤੀਤ ਹੋਣਾ ਸੰਭਵ ਨਹੀਂ ਹੁੰਦਾ। ਲਗਭਗ ਹਰ ਲੜਾਈ ਕੁਝ ਤਮਾਸ਼ਬੀਨਾਂ ਨੂੰ ਆਪਣੇ ਵੱਲ ਖਿੱਚਦੀ ਹੈ, ਕਿਉਂਕਿ ਹਰ ਲੜਾਈ ਵਿੱਚ ਤਮਾਸ਼ੇ ਦਾ ਅੰਸ਼ ਹੁੰਦਾ ਹੈ। ਜੁੜੀ ਹੋਈ ਭੀੜ ਵਿਚਲੇ ਹਰ ਵਿਅਕਤੀ ਵਿੱਚ ਤਿੰਨਾਂ ਵਿੱਚੋਂ ਕੋਈ ਇੱਕ ਭਾਵਨਾ ਹੁੰਦੀ ਹੈ: ਲੜਾਈ ਵੇਖਦੇ ਰਹਿਣ ਦੀ, ਵੇਖ ਕੇ ਉੱਥੋਂ ਚਲੇ ਜਾਣ ਦੀ, ਜਾਂ ਲੜਾਈ ਖਤਮ ਕਰਵਾਉਣ ਦੀ। ਵੱਡੇ ਸ਼ਹਿਰਾਂ ਵਿੱਚ ਲੋਕ ਇੱਕ ਦੂਜੇ ਦੇ ਜਾਣੂ ਨਾ ਹੋਣ ਕਾਰਨ ਲੜਾਈ ਨੂੰ ਖਤਮ ਕਰਵਾਉਣ ਦਾ ਯਤਨ ਨਹੀਂ ਕਰਦੇ। ਉਹ ਵੇਖਦੇ ਹਨ ਜਾਂ ਕੁਝ ਚਿਰ ਵੇਖ ਕੇ ਚਲੇ ਜਾਂਦੇ ਹਨ। ਕਸਬਿਆਂ ਜਾਂ ਛੋਟੀਆਂ ਥਾਵਾਂ 'ਤੇ ਲੋਕ ਇੱਕ ਦੂਜੇ ਦੇ ਜਾਣੂ ਹੋਣ ਕਾਰਨ ਲੜਾਈ ਖਤਮ ਕਰਵਾਉਣ ਦਾ ਯਤਨ ਕਰਦੇ ਹਨ। ਅਕਸਰ ਵੇਖਿਆ ਗਿਆ ਹੈ ਕਿ ਲੜਾਈ ਵਿੱਚ ਕੁੱਟ ਖਾ ਕੇ ਦੌੜ ਜਾਣ ਵਾਲੀ ਧਿਰ ਇੱਕ ਵਾਰੀ ਹੋਰ ਜ਼ਰੂਰ ਲੜਦੀ ਹੈ। ਸਮਝੌਤਾ ਸੰਭਵ ਹੀ ਤਾਂ ਹੁੰਦਾ ਹੈ ਜਦੋਂ ਦੋਹਾਂ ਧਿਰਾਂ ਦਾ ਸਾਰਾ ਜ਼ੋਰ ਲੱਗ ਚੁੱਕਿਆ ਹੋਵੇ ਜਾਂ ਜਿੱਤ ਹਾਰ ਦਾ ਪੂਰਾ ਨਿਰਣਾ ਹੋ ਚੁੱਕਿਆ ਹੋਵੇ। ਜਦੋਂ ਤੱਕ ਸਪਸ਼ਟ ਰੂਪ ਵਿੱਚ ਇੱਕ ਧਿਰ ਜਿੱਤਦੀ ਨਹੀਂ ਅਤੇ ਇੱਕ ਧਿਰ ਹਾਰਦੀ ਨਹੀਂ, ਸਮਝੌਤੇ ਦਾ ਯਤਨ ਸਫਲ ਨਹੀਂ ਹੁੰਦਾ ਜਾਂ ਕੀਤਾ ਸਮਝੌਤਾ ਹੰਢਣਸਾਰ ਨਹੀਂ ਹੁੰਦਾ। ਲੜਾਈ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਸਭ ਤੋਂ ਭੈੜੀ ਲੜਾਈ ਭਰਾਵਾਂ ਜਾਂ ਕਿਸੇ ਸਮੇਂ ਰਹਿ ਚੁੱਕੇ ਦੋਸਤਾਂ ਜਾਂ ਸਹਿਯੋਗੀਆਂ ਵਿਚਕਾਰ ਹੁੰਦੀ ਹੈ। ਸਭ ਤੋਂ ਗੰਦੀ ਲੜਾਈ ਪਤੀ ਪਤਨੀ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਬੇਸ਼ਰਮ ਲੜਾਈ ਸੱਸ ਜਵਾਈ ਜਾਂ ਨੂੰਹ ਸਹੁਰੇ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਥਕਾਵਟ ਵਾਲੀ ਲੜਾਈ ਮਾਲਕ ਮਕਾਨ ਅਤੇ ਕਿਰਾਏਦਾਰ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਬੇਵਕਤੀ ਲੜਾਈ ਗੁਆਂਢੀਆਂ ਵਿਚਕਾਰ ਹੁੰਦੀ ਹੈ ਅਤੇ ਸਭ ਤੋਂ ਮਹਿੰਗੀ ਅਤੇ ਹਾਨੀਕਾਰਕ ਲੜਾਈ ਅਫਸਰ ਅਤੇ ਕਰਮਚਾਰੀ ਵਿਚਕਾਰ ਹੁੰਦੀ ਹੈ ਆਦਿ। ਹਰ ਲੜਾਈ ਦਾ ਸੁਭਾਅ, ਢੰਗ, ਸ਼ਬਦਾਵਲੀ ਅਤੇ ਰਾਗ ਵੱਖਰਾ ਹੁੰਦਾ ਹੈ। ਕਈ ਲੜਾਈਆਂ ਅਤਿਅੰਤ ਦਿਲਚਸਪ ਵੀ ਹੁੰਦੀਆਂ ਹਨ, ਜਿਵੇਂ ਦੋ ਕਵੀਆਂ ਜਾਂ ਦੋ ਲੇਖਕਾਂ ਦੀ ਲੜਾਈ, ਦੋ ਸੌਂਕਣਾਂ ਦੀ ਲੜਾਈ, ਦੋ ਸੰਤਾਂ ਦੀ ਲੜਾਈ, ਜਾਂ ਦੋ ਡਾਕਟਰਾਂ ਜਾਂ ਵਕੀਲਾਂ ਦੀ ਲੜਾਈ ਆਦਿ। ਕਈ ਲੜਾਈਆਂ ਨੂੰ ਮਨੋਰੰਜਨ ਅਤੇ ਖੇਡਾਂ ਦਾ ਰੂਪ ਦਿੱਤਾ ਗਿਆ ਹੈ ਅਤੇ ਕਈ ਖੇਡਾਂ ਦਾ ਅੰਤ ਲੜਾਈਆਂ ਵਿੱਚ ਹੁੰਦਾ ਹੈ। ਪੁਰਾਤਨ ਯੂਨਾਨ ਵਿੱਚ ਕਿਸੇ ਤਿਉਹਾਰ ਜਾਂ ਮੀਂਹ ਦੀ ਸੂਰਤ ਵਿੱਚ ਲੜਾਈ ਰੋਕ ਦਿੱਤੀ ਜਾਂਦੀ ਸੀ। ਹੁਣ ਵੀ ਅਫਰੀਕਾ ਦੇ ਕਈ ਕਬੀਲਿਆਂ ਵਿੱਚ ਰਾਤ ਪੈਣ ਉੱਤੇ ਲੜਾਈ ਰੋਕ ਦਿੱਤੀ ਜਾਂਦੀ ਹੈ ਅਤੇ ਸਾਡੇ ਆਪਣੇ ਦੇਸ਼ ਦੇ ਕਈ ਸਮਾਜਾਂ ਜਾਂ ਕਿਸੇ ਗਲੀ ਮੁਹੱਲੇ ਵਿੱਚ ਆਮੋ ਸਾਹਮਣੇ ਘਰਾਂ ਵਿਚਕਾਰ ਰਿੰਨਣ ਪਕਾਉਣ ਸਮੇਂ ਲੜਾਈ ਰੋਕ ਦਿੱਤੀ ਜਾਂਦੀ ਹੈ। ਬੱਚੇ ਅਕਸਰ ਕਿਸੇ ਚੀਜ਼ ਪਿੱਛੇ ਲੜਦੇ ਹਨ। ਜਵਾਨ ਕਿਸੇ ਦਾ ਸਾਥ ਪ੍ਰਾਪਤ ਕਰਨ ਲਈ ਜਾਂ ਕਿਸੇ ਦਾ ਸਾਥ ਖੁੱਸ ਜਾਣ ਕਰਕੇ ਲੜਦੇ ਹਨ। ਅੱਧ-ਖੜ ਉਮਰ ਦੇ ਲੋਕ ਜਾਇਦਾਦ ਜਾਂ ਰੁਤਬੇ ਲਈ ਲੜਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਸ਼ਾਬਦਿਕ ਲੜਾਈ ਸ਼ੁਰੂ ਕਰਨ ਵਿੱਚ ਘੱਟ ਸਮਾਂ ਲਾਉਂਦੀਆਂ ਹਨ, ਪਰ ਪੁਰਸ਼ਾਂ ਦੀਆਂ ਲੜਾਈਆਂ ਇਸਤਰੀਆਂ ਦੀਆਂ ਲੜਾਈਆਂ ਨਾਲੋਂ ਲੰਮੀਆਂ ਹੁੰਦੀਆਂ ਹਨ। ਜਦੋਂ ਦੋ ਇਸਤਰੀਆਂ ਲੜਨ ਲਈ ਲਲਚਾ ਰਹੀਆਂ ਹੋਣ ਤਾਂ ਉਹ ਕੋਈ ਨਾ ਕੋਈ ਢੰਗ ਲੱਭ ਲੈਂਦੀਆਂ ਹਨ, ਜਿਵੇਂ ਆਹ ਭੈਣੇ ਲੜੀਏ, ਲੜਦੀ ਆ ਮੇਰੀ ਜੁੱਤੀ, ਨਹੀਂ ਜੁੱਤੀ ਮਾਰ ਆਪਣੇ ਖਸਮ ਨੂੰ। ਤੇਰੇ ਖਸਮ ਨੂੰ ਕਿਉਂ ਨਾ ਮਾਰਾਂ ਜਿਹੜਾ ਮੇਰੇ ਵੱਲ ਅੱਖਾਂ ਪਾੜ-ਪਾੜ ਵੇਖਦਾ, ਨਹੀਂ ਤੇਰੇ ਵਿੱਚ ਹੈਗੀ ਚੁੜੇਲ ਜਿਹੀ ਨਾ ਹੋਵੇ, ਛਿਪਕਲੀ ਵਰਗਾ ਤੇਰਾ ਮੂੰਹ, ਨਹੀਂ ਤੂੰ ਆਪਣਾ ਮੂੰਹ ਤਾਂ ਦੇਖ। ਅਤੇ ਇਵੇਂ ਲੜਾਈ ਆਰੰਭ ਹੋ ਜਾਂਦੀ ਹੈ। ਇਸਤਰੀ ਦੀਆਂ ਬਹੁਤੀਆਂ ਲੜਾਈਆਂ ਸੰਤਾਨ ਕਾਰਨ ਹੁੰਦੀਆਂ ਹਨ। ਘਰਾਂ ਦੇ ਅੰਦਰ ਦੀਆਂ ਲੜਾਈਆਂ ਹੁੰਦੀਆਂ ਭਰਾਵਾਂ ਦੀਆਂ ਹਨ, ਪਰ ਲੜਨੀਆਂ ਉਹਨਾਂ ਦੀਆਂ ਪਤਨੀਆਂ ਨੂੰ ਪੈਂਦੀਆਂ ਹਨ ਅਤੇ ਭਰਾ ਸਮਝੌਤੇ ਉਪਰੰਤ ਕਹਿੰਦੇ ਹਨ ਘਰ ਵਾਲੀਆਂ ਨੇ ਲੜਾ ਦਿੱਤੇ ਸਨ। ਜਿਸਮਾਨੀ ਲੜਾਈ ਦੀ ਸੂਰਤ ਵਿੱਚ ਵਾਰ ਕਿੱਥੇ ਕੀਤਾ ਜਾਂਦਾ ਹੈ, ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਹਮਲਾਵਰ ਕਿਤਨਾ ਗੁੱਸੇ ਵਿੱਚ ਹੈ। ਅੱਖਾਂ, ਕੰਨ, ਨੱਕ, ਜਬਾੜਾ ਆਦਿ ਵੱਧ ਤੋਂ ਵੱਧ ਪੀੜ ਉਪਜਾਉਣ ਲਈ ਵਾਰ ਦਾ ਨਿਸ਼ਾਨਾ ਬਣਾਏ ਜਾਂਦੇ ਹਨ।
ਸਰੀਰਕ ਲੜਾਈ ਵਿੱਚ ਥੱਪੜ ਮਾਰਨ ਦਾ ਯਤਨ ਜ਼ਰੂਰ ਕੀਤਾ ਜਾਂਦਾ ਹੈ। ਸਿਰ ਵਿੱਚ ਸੱਟ ਸਹਿਣ ਦੀ ਬਹੁਤ ਸ਼ਕਤੀ ਹੁੰਦੀ ਹੈ। ਸਰੀਰ ਦੇ ਗੁਪਤ ਅੰਗ ਅਪਮਾਨ ਦੀ ਭਾਵਨਾ ਨਾਲ ਨਿਸ਼ਾਨਾ ਬਣਾਏ ਜਾਂਦੇ ਹਨ। ਦੋ ਧੜਿਆਂ ਵਿੱਚ ਜਿਸਮਾਨੀ ਲੜਾਈ ਹੁਣ ਵੀ ਉਵੇਂ ਹੀ ਲੜੀ ਜਾਂਦੀ ਹੈ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਬੀਲਿਆਂ ਵਿਚਕਾਰ ਲੜੀ ਜਾਂਦੀ ਸੀ। ਜਿਸਮਾਨੀ ਲੜਾਈ ਬਹੁਤੀ ਲੰਮੀ ਇਸ ਕਾਰਨ ਨਹੀਂ ਹੁੰਦੀ ਕਿਉਂਕਿ ਹਮਲੇ ਦਾ ਸ਼ਿਕਾਰ ਹੋਈ ਧਿਰ ਦੀ ਸ਼ਕਲ ਕਰੂਪ ਹੋ ਜਾਂਦੀ ਹੈ ਅਤੇ ਉਸ ਦੇ ਮਰ ਜਾਣ ਦਾ ਡਰ ਉਤਪੰਨ ਹੋ ਜਾਂਦਾ ਹੈ। ਜਿਸਮਾਨੀ ਲੜਾਈਆਂ ਦਾ ਉਦੇਸ਼ ਅਕਸਰ ਕਿਸੇ ਨੂੰ ਮਾਰਨਾ ਨਹੀਂ ਹੁੰਦਾ, ਉਸ ਨੂੰ ਹਮਲਾਵਰ ਧਿਰ ਵੱਲੋਂ ਆਪਣੀ ਸ਼ਕਤੀ ਦਾ ਗਿਆਨ ਕਰਵਾਉਣਾ ਹੁੰਦਾ ਹੈ। ਲੜਾਈ ਲਈ ਹਥਿਆਰਾਂ ਦੇ ਨਿਰਮਾਣ ਨਾਲ ਲੜਾਈ ਦਾ ਸੁਭਾਅ ਅਤੇ ਉਦੇਸ਼ ਬਦਲ ਗਏ ਹਨ। ਅਜੋਕੇ ਹਥਿਆਰ ਆਪਣੇ ਮੁੱਢਲੇ ਰੂਪ ਵਿੱਚ ਸ਼ਿਕਾਰ ਦੇ ਸੰਦ ਹਨ, ਜਿਨ੍ਹਾਂ ਦੀ ਵਰਤੋਂ ਮਨੁੱਖ ਨੇ ਆਪਣੇ ਤੋਂ ਕਈ ਗੁਣਾ ਵਧੇਰੇ ਸ਼ਕਤੀਸ਼ਾਲੀ ਜੀਵਾਂ ਨਾਲ ਮੁਕਾਬਲਾ ਕਰਨ ਲਈ ਕੀਤੀ ਸੀ। ਸੋ ਦੋਸਤੋ, ਟੌਪਿਕ ਲੰਬਾ ਹੋਣ ਕਰਕੇ ਇਹਨੂੰ ਆਪਾਂ ਇੱਥੇ ਸਟਾਪ ਕਰਦੇ ਹਾਂ। ਫਿਰ ਮਿਲਾਂਗੇ ਇਸ ਤੋਂ ਅਗਲੇ ਭਾਗ ਦੇ ਨਾਲ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।